ਹੈਲੋ ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਅਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਪਿਆਰੇ ਵਿਦਿਆਰਥੀਓ, +1 ਪੋਲੀਟੀਕਲ ਸਾਇੰਸ ਦੀ ਇਹ ਵੀਡੀਓ ਹੈ ਅਤੇ ਮਾਡਲ ਟੈਸਟ ਪੇਪਰ 3 ਵਿਦ ਸੋਲਿਊਸ਼ਨ ਤੁਹਾਡੇ ਸਾਹਮਣੇ ਪੇਸ਼ ਹੈ। ਟਰਮ 1 ਐਗਜ਼ਾਮ ਦਾ ਐਜੂਕੇਅਰ ਐਪ ਦੇ ਵਿੱਚ ਜਿਹੜਾ ਮਾਡਲ ਟੈਸਟ ਪੇਪਰ ਹੈ ਉਹੀ ਇਹ ਮਾਡਲ ਟੈਸਟ ਪੇਪਰ ਹੈ ਅਤੇ ਇਹਦਾ ਸੋਲਿਊਸ਼ਨ ਮੈਂ ਨਾਲ ਦੇ ਰਿਹਾ। ਹੋ ਸਕਦਾ ਕੋਈ ਇੰਪਾਰਟੈਂਟ ਕੁਐਸਚਨ ਇਹਦੇ ਵਿੱਚੋਂ ਵੀ ਆ ਜਾਏ। ਵਿਦਿਆਰਥੀਓ, ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਸ ਵਾਰ ਜਿਹੜਾ ਮਾਡਲ ਟੈਸਟ ਜਿਹੜਾ ਫਸਟ ਟਰਮ ਦਾ ਪੇਪਰ ਹੈ ਉਹ ਆਪਣੇ ਆਪਣੇ ਸਕੂਲ ਦੇ ਲੈਕਚਰਰ ਸਾਹਿਬਾਨ ਨੇ ਖੁਦ ਹੀ ਤਿਆਰ ਕਰਨਾ। ਇਸ ਕਰਕੇ ਹੋ ਸਕਦਾ ਕੁਝ ਕੁਐਸਚਨ ਇਸ ਮਾਡਲ ਟੈਸਟ ਪੇਪਰ ਵਿੱਚੋਂ ਵੀ ਤੁਹਾਡੇ ਕੰਮ ਦੇ ਮਿਲ ਜਾਣ। ਸੋ ਆਓ ਆਪਾਂ ਸਾਲਵ ਕਰੀਏ ਮਾਡਲ ਟੈਸਟ ਪੇਪਰ 3। ਸੋ ਕਿਹੜਾ ਹੈ ਮਾਡਲ ਟੈਸਟ ਪੇਪਰ 3? ਆਓ ਆਪਾਂ ਦੇਖੀਏ। ਯੈਸ, ਮਾਡਲ ਕੁਐਸਚਨ ਪੇਪਰ ਜਿਹੜਾ ਵਾ 11ਵੀਂ ਜਮਾਤ ਰਾਜਨੀਤੀ ਸ਼ਾਸਤਰ ਪਹਿਲੀ ਟਰਮ। ਠੀਕ ਹੈ। ਸੋ ਪਹਿਲਾ ਕੁਐਸਚਨ ਹੈਗਾ ਰਾਜਨੀਤੀ ਪੋਲਿਸ ਸ਼ਬਦ ਦਾ ਅਰਥ ਕੀ ਹੈ? ਪੋਲਿਸ ਸ਼ਬਦ ਦਾ ਅਰਥ ਹੈ ਨਗਰ ਰਾਜ। ਦੂਜਾ ਪ੍ਰਸ਼ਨ 1908 ਵਿੱਚ ਗ੍ਰਾਹਮ ਵਾਲਸ ਦੀ ਕਿਤਾਬ ਕਿਹੜੀ ਪ੍ਰਕਾਸ਼ਿਤ ਹੋਈ ਸੀ? ਹਿਊਮਨ ਨੇਚਰ ਇਨ ਪੋਲੀਟਿਕਸ। ਤੀਜਾ ਪ੍ਰਸ਼ਨ ਹੈ ਉਹ ਕਿਹੜਾ ਪਹਿਲਾ ਅਰਥ ਸ਼ਾਸਤਰੀ ਸੀ ਜਿਸ ਨੇ ਅਰਥ ਸ਼ਾਸਤਰ ਨੂੰ ਇੱਕ ਸੁਤੰਤਰ ਵਿਸ਼ੇ ਦੇ ਰੂਪ ਵਿੱਚ ਪੇਸ਼ ਕੀਤਾ ਸੀ? ਐਡਮ ਸਮਿਥ ਸੀ ਜਿਹਨੇ ਇਕਨੋਮਿਕਸ ਯਾਨੀ ਅਰਥ ਸ਼ਾਸਤਰ ਨੂੰ ਸਭ ਤੋਂ ਪਹਿਲੇ ਪੇਸ਼ ਕੀਤਾ ਸੀ। ਚੌਥਾ ਪ੍ਰਸ਼ਨ ਨਾਗਰਿਕ ਕਿੰਨੀ ਤਰ੍ਹਾਂ ਦੇ ਹੁੰਦੇ ਨੇ? ਨਾਗਰਿਕ ਜਿਹੜੇ ਨੇ ਦੋ ਪ੍ਰਕਾਰ ਦੇ ਨਾਗਰਿਕ ਹੋ ਸਕਦੇ ਨੇ। ਪੰਜਵਾਂ ਪ੍ਰਸ਼ਨ ਅਮਰੀਕਾ ਵਿੱਚ ਦੋਹਰੀ ਨਾਗਰਿਕਤਾ ਦਾ ਸਿਧਾਂਤ ਅਪਣਾਇਆ ਗਿਆ ਹੈ। ਪਹਿਲੀ ਸਟੇਟਮੈਂਟ, ਦੂਜੀ ਸਟੇਟਮੈਂਟ ਭਾਰਤ ਵਿੱਚ ਇਕਹਿਰੀ ਨਾਗਰਿਕਤਾ ਨੂੰ ਅਪਣਾਇਆ ਗਿਆ ਹੈ। ਦੋਵੇਂ ਕਥਨ ਸਹੀ ਹਨ। ਛੇਵਾਂ ਪ੍ਰਸ਼ਨ ਰਾਜਨੀਤਿਕ ਅਧਿਕਾਰ ਕਿਹੜਾ ਰਾਜਨੀਤਿਕ ਅਧਿਕਾਰ ਨਹੀਂ ਹੈ? ਉਚਿਤ ਮਜ਼ਦੂਰੀ ਪ੍ਰਾਪਤ ਕਰਨ ਦਾ ਅਧਿਕਾਰ ਰਾਜਨੀਤਿਕ ਅਧਿਕਾਰ ਨਹੀਂ ਹੈ, ਬਾਕੀ ਸਾਰੇ ਹੀ ਰਾਜਨੀਤਿਕ ਅਧਿਕਾਰ ਨੇ। ਸੱਤਵਾਂ ਪ੍ਰਸ਼ਨ ਹੇਠ ਲਿਖੇ ਵਿੱਚੋਂ ਕਿਹੜਾ ਕਾਨੂੰਨ ਦਾ ਸੋਮਾ ਨਹੀਂ ਹੈ? ਰੀਤੀ ਰਿਵਾਜ ਵੀ ਹੈ, ਅਦਾਲਤੀ ਫੈਸਲੇ ਵੀ ਹੈ, ਵਿਧਾਨ ਮੰਡਲ ਵੀ ਹੈ। ਰਾਜਨੀਤਿਕ ਦਲ ਕਾਨੂੰਨ ਦਾ ਸੋਮਾ ਨਹੀਂ ਹਨ। ਅੱਠਵਾਂ ਪ੍ਰਸ਼ਨ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਲਿਬਰਟੀ ਲਤੀਨੀ ਭਾਸ਼ਾ ਦੇ ਕਿਹੜੇ ਸ਼ਬਦ ਤੋਂ ਨਿਕਲਿਆ ਹੈ? ਲਿਬਰ ਤੋਂ। ਨੌਵਾਂ ਪ੍ਰਸ਼ਨ ਇਹ ਕਿਸ ਨੇ ਕਿਹਾ ਸੀ ਰਾਜਨੀਤਿਕ ਸੁਤੰਤਰਤਾ ਆਰਥਿਕ ਸਮਾਨਤਾ ਤੋਂ ਬਿਨਾਂ ਢੋਂਗ ਹੈ? GDH ਕੋਲ ਨੇ। 10ਵਾਂ ਪ੍ਰਸ਼ਨ ਭਾਰਤ ਇੱਕ ਲੋਕਤੰਤਰ ਪ੍ਰਣਾਲੀ ਹੈ? ਭਾਰਤ ਵਿੱਚ ਲੋਕਤੰਤਰ ਪ੍ਰਣਾਲੀ ਹੈ ਅਤੇ ਭਾਰਤ ਵਿੱਚ ਸਾਰਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ। ਇਹ ਦੋਵੇਂ ਕਥਨ ਸਹੀ ਹਨ। 11ਵਾਂ ਪ੍ਰਸ਼ਨ ਕਿਸ ਨੂੰ ਹੋਰ ਸਮਾਜਿਕ ਸ਼ਾਸਤਰਾਂ ਦੀ ਜਨਨੀ ਮੰਨਿਆ ਜਾਂਦਾ ਹੈ? ਸਮਾਜ ਸ਼ਾਸਤਰ ਨੂੰ, ਸੋਸ਼ੀਓਲੋਜੀ ਨੂੰ। 12ਵਾਂ ਬਾਲਗ ਵੋਟ ਅਧਿਕਾਰ ਲਈ ਉਮਰ ਕਿੰਨੀ ਹੋਣੀ ਚਾਹੀਦੀ ਹੈ? 18 ਸਾਲ। 13ਵਾਂ ਲਾ ਸ਼ਬਦ ਦੀ ਉਤਪਤੀ ਕਿਸ ਭਾਸ਼ਾ ਦੇ ਸ਼ਬਦ ਤੋਂ ਹੋਈ? ਟਿਊਟੋਨਿਕ। 14ਵਾਂ ਇੱਕ ਵਧੀਆ ਨਾਗਰਿਕ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ? ਮੁਫਤ ਅਤੇ ਲਾਜ਼ਮੀ ਵਿੱਦਿਆ ਸਿੱਖਿਆ ਦੇ ਕੇ, ਸਮਾਜਿਕ ਬੁਰਾਈਆਂ ਨੂੰ ਦੂਰ ਕਰਕੇ, ਗਰੀਬੀ ਨੂੰ ਖਤਮ ਕਰਕੇ। ਇਹ ਸਾਰੇ ਸਹੀ ਆਨਸਰ ਹੈ, ਉਪਰੋਕਤ ਸਾਰੇ। 15ਵਾਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਦਿੰਦਾ ਕੌਣ ਦਿੰਦਾ ਹੈ? ਅਦਾਲਤਾਂ। 16ਵਾਂ ਹੇਠ ਲਿਖਿਆਂ ਵਿੱਚੋਂ ਕਿਸਮਾਂ ਵਿੱਚੋਂ ਕਿਹੜੀ ਸਮਾਨਤਾ ਦੀ ਕਿਸਮ ਨਹੀਂ ਹੈ? ਕੁਦਰਤੀ ਸਮਾਨਤਾ, ਨਾਗਰਿਕ ਸਮਾਨਤਾ, ਮੌਲਿਕ ਸਮਾਨਤਾ, ਮੌਲਿਕ ਸਮਾਨਤਾ ਸਮਾਨਤਾ ਦੀ ਕਿਸਮ ਨਹੀਂ ਹੈ। 17ਵਾਂ ਆਰਥਿਕ ਨਿਆਂ ਨੂੰ ਯਕੀਨੀ ਬਣਾਉਣ ਲਈ ਡੈਸ਼ ਸ਼ੋਸ਼ਣ ਦਾ ਅੰਤ ਹੋਣਾ ਚਾਹੀਦਾ। ਆਰਥਿਕ ਸ਼ੋਸ਼ਣ ਦਾ ਅੰਤ ਹੋਣਾ ਚਾਹੀਦਾ। 18ਵਾਂ ਨਿਆਂ ਦਾ ਉਦੇਸ਼ ਵਿਅਕਤੀ ਦੇ ਇੱਕ ਵਿਸ਼ੇਸ਼ ਵਰਗ ਦਾ ਕਲਿਆਣ ਕਰਨਾ ਹੁੰਦਾ ਹੈ। ਪਹਿਲੀ ਸਟੇਟਮੈਂਟ, ਦੂਜੀ ਸਟੇਟਮੈਂਟ ਭਾਰਤ ਵਿੱਚ ਨਿਆਇਕ ਪ੍ਰਣਾਲੀ ਨੂੰ ਸੁਤੰਤਰ ਅਤੇ ਨਿਰਪੱਖ ਬਣਾਇਆ ਗਿਆ ਹੈ।
ਇਹਦਾ ਸਹੀ ਆਨਸਰ ਹੈ ਦੂਜਾ ਕਥਨ ਸਹੀ ਹੈ। 19ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਅਧਿਕਾਰਾਂ ਦੀ ਸੁਰੱਖਿਆ ਲਈ ਜ਼ਰੂਰੀ ਪ੍ਰਬੰਧ ਕਰਦਾ ਹੈ? ਕਠੋਰ ਸੰਵਿਧਾਨ, ਕਾਨੂੰਨ, ਸੁਤੰਤਰ ਤੇ ਇਮਾਨਦਾਰ ਪ੍ਰੈਸ। ਇਹਦਾ ਸਹੀ ਆਨਸਰ ਹੈ ਉਪਰੋਕਤ ਸਾਰੇ। 20ਵਾਂ ਪ੍ਰਸ਼ਨ, ਕਰਤੱਵਾਂ ਵਿੱਚੋਂ ਕਿਹੜਾ ਕਾਨੂੰਨੀ ਕਰਤੱਵ ਹੈ? ਜਨਤਕ ਸੰਪત્ਤੀ ਦੀ ਰੱਖਿਆ ਕਰਨਾ ਸਾਡਾ ਕਾਨੂੰਨੀ ਕਰਤੱਵ ਹੈ, ਜਿਹਨੂੰ ਮੌਲਿਕ ਕਰਤੱਵਾਂ ਵਿੱਚ ਸ਼ਾਮਲ ਕੀਤਾ ਗਿਆ ਹੈ। 21ਵਾਂ, ਪ੍ਰਸਤਾਵਨਾ ਵਿੱਚ ਸਮਾਜਵਾਦੀ ਅਤੇ ਧਰਮ ਨਿਰਪੇਖ ਸ਼ਬਦਾਂ ਦੇ ਸ਼ਬਦ ਅੰਕਿਤ ਕੀਤੇ ਗਏ। 42ਵੀਂ ਸੋਧ ਦੁਆਰਾ। 22ਵਾਂ, ਕਿਸ ਦੇ ਨਾਮ ਤੇ ਭਾਰਤ ਦਾ ਸ਼ਾਸਨ ਚਲਾਇਆ ਜਾਂਦਾ ਹੈ? ਰਾਸ਼ਟਰਪਤੀ ਦੇ ਨਾਮ ਤੇ। 23ਵਾਂ ਪ੍ਰਸ਼ਨ, ਨਿਆਇਕ ਪੁਨਰ ਨਿਰੀਖਣ ਦਾ ਅਧਿਕਾਰ ਸੁਪਰੀਮ ਕੋਰਟ ਕੋਲ ਹੈ। ਭਾਰਤ ਦੇ ਸੰਵਿਧਾਨ ਵਿੱਚ 395 ਆਰਟੀਕਲ ਹਨ। ਦੋਵੇਂ ਕਥਨ ਠੀਕ ਹਨ। 24ਵਾਂ, ਕਿਹੜਾ ਅਧਿਕਾਰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਖਾਰਜ ਕੀਤਾ ਗਿਆ ਹੈ, ਹਟਾਇਆ ਗਿਆ ਹੈ? ਸੰਪਤੀ ਦਾ ਅਧਿਕਾਰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਖਾਰਜ ਕੀਤਾ ਗਿਆ ਹੈ। 25ਵਾਂ, ਵੋਟ ਦੇਣ ਦਾ ਅਧਿਕਾਰ ਹੈ। ਕਿਹੜਾ ਅਧਿਕਾਰ ਹੈ? ਰਾਜਨੀਤਿਕ ਅਧਿਕਾਰ। 26ਵਾਂ, ਕਿਸ ਦੇਸ਼ ਤੋਂ ਪ੍ਰਭਾਵਿਤ ਹੋ ਕੇ ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਗਿਆ? ਇੰਗਲੈਂਡ। 27ਵਾਂ, ਕਿਸ ਦੇ ਸੁਝਾਅ ਅਨੁਸਾਰ ਨਿਰਦੇਸ਼ਕ ਸਿਧਾਂਤ ਸੰਵਿਧਾਨ ਵਿੱਚ ਸ਼ਾਮਲ ਕੀਤੇ ਗਏ? ਡਾਕਟਰ BR ਅੰਬੇਦਕਰ। 28ਵਾਂ, ਨੀਤੀ ਨਿਰਦੇਸ਼ਕ ਸਿਧਾਂਤ ਕਿਸ ਦੇਸ਼ ਤੋਂ ਪ੍ਰੇਰਿਤ ਹੋ ਕੇ ਭਾਰਤੀ ਸੰਵਿਧਾਨ ਵਿੱਚ ਸ਼ਾਮਲ ਕੀਤੇ ਗਏ? ਆਇਰਲੈਂਡ ਦੇ ਸੰਵਿਧਾਨ ਤੋਂ। 29ਵਾਂ, ਸੰਵਿਧਾਨ ਵਿੱਚ ਸ਼ਾਮਲ ਮੌਲਿਕ ਕਰਤੱਵਾਂ ਦੀ ਕੁੱਲ ਗਿਣਤੀ ਕਿੰਨੀ ਹੈ? 11। ਸੌਰੀ, 1 ਮਿੰਟ ਡਿਲੇ ਹੋ ਗਿਆ, ਕੁਐਸਚਨ ਇੱਕ ਕਾਮਸ਼ਾ ਹੋ ਗਿਆ ਸੀ। ਸੋ ਯੈਸ, 30ਵਾਂ ਪ੍ਰਸ਼ਨ ਹੈ, ਮੌਲਿਕ ਕਰਤੱਵ ਭਾਰਤੀ ਸੰਵਿਧਾਨ ਵਿੱਚ ਕਿਸ ਸਾਲ ਸ਼ਾਮਲ ਕੀਤੇ ਗਏ? 1976 ਵਿੱਚ। 31ਵਾਂ, ਹੇਠ ਲਿਖੀਆਂ ਵਿਸ਼ੇਸ਼ਤਾਵਾਂ ਵਿੱਚੋਂ ਕਿਹੜੀ ਭਾਰਤੀ ਸੰਘ ਰਾਜ ਦੀ ਵਿਸ਼ੇਸ਼ਤਾ ਹੈ? ਲਿਖਤੀ ਸੰਵਿਧਾਨ ਵੀ ਹੈ, ਕਠੋਰ ਸੰਵਿਧਾਨ ਵੀ ਹੈ, ਦੋਹਰੀ ਸ਼ਾਸਨ ਹੈ, ਉਪਰੋਕਤ ਸਾਰੇ ਹੀ ਹੈ। 32ਵਾਂ, ਭਾਰਤ ਦੇ ਅਨੁਛੇਦ ਪਹਿਲੇ ਅਨੁਸਾਰ ਭਾਰਤ ਕੀ ਹੈ? ਰਾਜਾਂ ਦਾ ਸੰਗ੍ਰਹਿ ਹੈ। ਰਾਜਾਂ ਦਾ ਸੰਗ੍ਰਹਿ ਹੈ। 32ਵੇਂ ਦਾ ਆਨਸਰ ਹੈ ਰਾਜਾਂ ਦਾ ਸੰਗ੍ਰਹਿ। ਯੂਨੀਅਨ ਆਫ ਸਟੇਟਸ। 33ਵਾਂ, ਭਾਰਤ ਨੇ ਸੰਘਾਤਮਕ ਪ੍ਰਣਾਲੀ ਲਈ ਹੈ ਕਿਹਦੇ ਕੋਲੋਂ? ਅਮਰੀਕਾ ਤੋਂ। 34ਵਾਂ, ਭਾਰਤੀ ਸੰਵਿਧਾਨ ਵਿੱਚ ਕੇਂਦਰ ਅਤੇ ਰਾਜਾਂ ਦੀਆਂ ਸ਼ਕਤੀਆਂ ਨੂੰ ਕਿੰਨੀਆਂ ਸੂਚੀਆਂ ਵਿੱਚ ਵੰਡਿਆ ਹੋਇਆ? 3 ਸੂਚੀਆਂ ਵਿੱਚ, ਕੇਂਦਰ ਸੂਚੀ, ਰਾਜ ਸੂਚੀ ਤੇ ਸਮਵਰਤੀ ਸੂਚੀ। 35ਵਾਂ ਪ੍ਰਸ਼ਨ, ਰਾਜਾਂ ਵਿੱਚ ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ? ਰਾਸ਼ਟਰਪਤੀ। ਕਿਸ ਆਰਟੀਕਲ ਅਧੀਨ ਰਾਜਾਂ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ ਹੈ? 356। 37ਵਾਂ, ਭਾਰਤ ਵਿੱਚ ਰਾਸ਼ਟਰਪਤੀ ਦਾ ਕਾਰਜਕਾਲ ਕਿੰਨੇ ਸਾਲ ਦਾ ਹੁੰਦਾ ਹੈ? 5 ਸਾਲ। 38ਵਾਂ, ਵਰਤਮਾਨ ਸਮੇਂ ਪ੍ਰਧਾਨ ਮੰਤਰੀ ਕਿਸ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੇ ਹਨ? ਭਾਰਤੀ ਜਨਤਾ ਪਾਰਟੀ। 39ਵਾਂ, ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਦੂਜੀ ਸਟੇਟਮੈਂਟ ਹੈ, ਮੰਤਰੀਆਂ ਲਈ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਹੋਣਾ ਜ਼ਰੂਰੀ ਹੈ। ਉਪਰੋਕਤ ਦੱਸੇ ਦੋਵੇਂ ਕਥਨ ਸਹੀ ਨਹੀਂ ਹਨ, ਸਿਰਫ ਪਹਿਲਾ ਸਹੀ ਹੈ। ਦੋਵੇਂ ਕਥਨ ਸਹੀ ਹਨ। 40ਵਾਂ, ਪ੍ਰਧਾਨ ਮੰਤਰੀ ਨੂੰ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ? ਰਾਸ਼ਟਰਪਤੀ। ਸੋ ਪਿਆਰੇ ਵਿਦਿਆਰਥੀਓ, ਮਾਡਲ ਟੈਸਟ ਪੇਪਰ ਜਿਹੜਾ ਐਜੂਕੇਅਰ ਐਪ 'ਤੇ ਹੈ, ਉਸ ਪੇਪਰ ਨੂੰ ਮੈਂ ਸਾਲਵ ਕਰਕੇ ਦੱਸਿਆ ਤਾਂ ਕਿ ਵਿਦਿਆਰਥੀ ਇਸ ਨੂੰ ਵੀ ਪੜ੍ਹ ਲੈਣ, ਸਮਝ ਲੈਣ, ਕਿਉਂਕਿ ਕੋਈ ਪ੍ਰਸ਼ਨ ਇਹਦੇ ਵਿੱਚੋਂ ਵੀ ਆ ਸਕਦੇ ਨੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਵੀਡੀਓ ਨੂੰ ਵੱਧ ਤੋਂ ਵੱਧ ਸਟੂਡੈਂਟਸ ਵਿੱਚ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ, ਅਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮੱਚ।